ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਨਿਆਦੀ ਬਚਨ, ਮੂਲ ਮੰਤਰ, ਅਸਥਾਈ ਵਾਕ, ਬੀਜ ਮੰਤਰ, ਜੋ ਗੁਰੂ ਨਾਨਕ ਦੇ ਕੰਠ ਤੋਂ ਸਭ ਤੋਂ ਪਹਿਲੇ ਪ੍ਰਗਟ ਹੋਇਆ ਹੈ। ਸਿੱਖ ਜਗਤ ਵਿੱਚ ਉਸ ਨੂੰ ਮੂਲ ਮੰਤਰ ਕਹਿੰਦੇ ਨੇ। ਲੜੀਵਾਰ ਇਹ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਹੇ। ਸਿਰਫ ਅਖਰੀ ਅਰਥ ਮੈਂ ਦੁਹਰਾ ਦਿਆਂ, ਫਿਰ ਜਿੱਥੇ ਤੱਕ ਵਿਚਾਰ ਪਹੁੰਚੀਏ ਅੱਗੇ ਚਲੀਏ। ਗੁਰੂ ਨਾਨਕ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਮੂਲ ਮੰਤਰ ਦਾ, ਬੁਨਿਆਦੀ ਮੰਤਰ ਦਾ ਨਿਕਲਿਆ ਇੱਕ। ਉਹ ਇੱਕ ਕੀ ਹੈ? ਓਅੰਕਾਰ ਹੈ। ਪਰ ਪ੍ਰਸ਼ਨ ਖੜਾ ਹੋਵੇਗਾ, ਓਅੰਕਾਰ ਕੀ ਹੈ? ਇੱਕ ਸ਼ਕਤੀ ਹੈ, ਵਿਅਕਤੀ ਨਹੀਂ ਹੈ। ਪਰ ਐਸੀ ਸ਼ਕਤੀ ਜੋ ਜੜ ਨਹੀਂ, ਚੇਤਨ ਹੈ, ਜਾਗੀ ਹੋਈ ਹੈ। ਔਰ ਉਸੇ ਸ਼ਕਤੀ ਦੇ ਜਨਮ, ਜੀਵਨ ਤੇ ਮਰਨ ਚੱਲ ਰਿਹਾ ਹੈ। ਇਹ ਤਿੰਨ ਸ਼ਬਦਾਂ ਦਾ ਜੋੜ ਆਕਾਰ, ਉਕਾਰ, ਮਕਾਰ, ਭਾਵ ਓਅੰਕਾਰ। ਹਿੰਦੁਸਤਾਨੀ ਪਰੰਪਰਾ ਦੇ ਜਿਤਨੇ ਵੀ ਧਰਮ ਨੇ, ਓਅੰਕਾਰ ਨੂੰ ਮੂਲ ਧੁਨੀ ਮੰਨਦੇ ਨੇ, ਬ੍ਰਹਿਮੰਡ ਦੀ ਧੁਨੀ ਮੰਨਦੇ ਨੇ, ਪਰਮਾਤਮਾ ਦਾ ਪਹਿਲਾ ਵਾਕ ਮੰਨਦੇ ਨੇ। ਇਹੀ ਸ਼ਬਦ ਹੋਇਆ, ਇਹੀ ਧਮਾਕਾ ਹੋਇਆ ਜਿਸ ਤੋਂ ਸਾਰਾ ਜੀਵਨ ਬਣਿਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਲੱਖਾਂ ਜ਼ਿੰਦਗੀਆਂ ਦੇ ਇਹ ਜੋ ਦਰਿਆ ਚੱਲ ਪਏ, ਇਸੇ ਹੀ ਧੁਨ ਤੋਂ। ਲੱਖਾਂ ਤਰ੍ਹਾਂ ਦਾ ਜੀਵਨ, ਕਿਧਰੇ ਸੂਰਜ ਦੇ ਦਰਿਆ, ਕਈ ਸੂਰਜ, ਕਿਧਰੇ ਕਈ ਚੰਦਰਮਾ, ਕਈ ਕੋਟ ਸਸੀਰ, ਸੂਰ ਨਖਤਰ। तो वो जो एक है ओंकार है। पर वो ओंकार जो है वो सत है, मिथ नहीं है। सत तो मुराद सदीवी है, कायम दायम है, होंद वाला है। वो है, वो सत है, मिथ नहीं। जो सच्चाई होंदी उसनों असीं कह देंदे आ है, तो जो सच्चाई नहीं होंदी उसनों असीं कह देंदे आ नहीं है। जो नहीं है फिर भी भासे, फिर भी कोई उसकी चर्चा करे तो कहते ने ये मिथ है, सत नहीं है। तो महाराज कहते ने वो जो एक है ओंकार है, वो जो ओंकार है वो सत है। वो जो सत है उसका नाम सत है, उसकी हस्ती सत है, उसे दा ही नाम है। क्योंकि उसका नाम अमिट है, सत है उसका नाम, और हर नाम दे चो प्रगट होंदा है। वो किसी दी भी कृत नहीं है, वो एक करता है। और वो एक ऐसा करता है कि अपनी कृत दे च बैठा होया है, अपनी कृत तो वख नहीं है। मुसव्वर ने तस्वीर बनाई, तस्वीर किसी दे घर है, मुसव्वर अपने घर बैठा है। सुनार ने गहने बनाए ने, गहने किसी दे गल दे च ने, सुनार अपने घर दे च बैठा है। करता कृत दे नाल नहीं आउंदा, करता कृत दे विच भी नहीं आउंदा। तो जो करता कृत दे विच नहीं है, जो करता कृत दे नाल नहीं है, गुरबाणी उसनूं करता नहीं मनदी। वो भी एक कृत है। करता पुरख, पुरख पूरे होया, पुरी पुरी बसंता सा पुरखा। वो ऐसा करता है कि अपनी कृत दे च पूरे होया है, बैठा है। हस्ती कीटी त्रिड़लो आदंग, एक अखंडत बसे अनादंग। अखंड रूप दे च व्यापक है, खंडित नहीं है। ये नहीं कि 10 मील तक है ते अगों 10 मील नहीं है, फिर अगों 2 मील तक है ते अगों 50 मील नहीं है। इस तरह नहीं है। अखंड, एक सार, किधरे भी वो टूटदा नहीं, और एक व्यापक सत्ता है, अखंड।
ਇੱਥੇ ਤੱਕ ਤੇ ਉਸ ਇੱਕ ਦੇ ਸਰੂਪ ਦੀ ਵਿਆਖਿਆ ਹੈ। ਅੱਗੋਂ ਸੁਭਾਅ ਸਤਿਗੁਰੂ ਬਿਆਨ ਕਰਦੇ ਨੇ ਕਿ ਨਿਰਭਉ ਨਿਰਵੈਰ, ਉਸ ਦੇ ਚ ਭੈ ਨਹੀਂ ਹੈ, ਉਸ ਦੇ ਚ ਵੈਰ ਨਹੀਂ ਹੈ। ਭੈ ਮੌਤ ਦਾ ਹੁੰਦਾ ਹੈ, ਹੋਰ ਕਿਸੇ ਚੀਜ਼ ਦਾ ਵੀ ਨਹੀਂ। ਮਨੋਵਿਗਿਆਨ ਵੀ ਐਸਾ ਮੰਨਦਾ ਹੈ ਕਿ ਮਨੁੱਖ ਭੈ ਭੀਤ ਕੇਵਲ ਮੌਤ ਤੋਂ ਹੈ। ਧਾਰਮਿਕ ਗਿਆਨ ਤੇ ਕਹਿੰਦਾ ਹੀ ਹੈ, ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪਏ ਨੇ। ਔਰ ਮਨੋਵਿਗਿਆਨਕ ਐਸਾ ਮੰਨਦੇ ਨੇ ਮੌਤ ਇੱਕ ਨਹੀਂ ਹੈ, ਕਈ ਤਰ੍ਹਾਂ ਦੀ ਹੈ। ਤੇ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਜ਼ਿੰਦਗੀ ਵੀ ਕਈ ਤਰ੍ਹਾਂ ਦੀ ਹੈ। ਪ੍ਰਥਮ ਕਿੰਨੇ ਪ੍ਰਕਾਰ ਦੀ ਮੌਤ ਹੈ? ਵਿਚਾਰਕ ਕਹਿੰਦੇ ਨੇ ਸਰੀਰਕ ਮੌਤ, ਮਾਨਸਿਕ ਮੌਤ, ਆਰਥਿਕ ਮੌਤ, ਰਾਜਨੈਤਿਕ ਮੌਤ, ਸਮਾਜਿਕ ਮੌਤ, ਰੂਹਾਨੀ ਮੌਤ। ਹੋ ਸਕਦਾ ਹੈ ਮਨੁੱਖ ਇੱਕ ਤਲ ਤੇ ਮਰਿਆ ਹੋਇਆ ਹੋਵੇ, ਦੂਸਰੇ ਤਲ ਤੇ ਜੀ ਰਿਹਾ ਹੋਵੇ, ਦੂਸਰੇ ਤਲ ਤੇ ਮਰਿਆ ਹੋਇਆ ਹੋਵੇ ਤੇ ਤੀਸਰੇ ਤਲ ਤੇ ਜੀ ਰਿਹਾ ਹੋਵੇ। ਹੋ ਸਕਦਾ ਹੈ ਅੱਧੇ ਤਲ ਤੇ ਜੀ ਰਿਹਾ ਹੋਵੇ, ਅੱਧੇ ਤਲ ਤੇ ਮੁਰਦਾ ਹੋਵੇ। ਚਲੋ ਆਰਥਿਕ ਮੌਤ ਤੋਂ ਗੱਲ ਸ਼ੁਰੂ ਕਰੀਏ। ਆਰਥਿਕ ਮੌਤ, ਦਿਵਾਲੀਆ ਹੋ ਗਿਆ, ਬਾਲ ਬਾਲ ਕਰਜ਼ਾਈ ਹੋ ਗਿਆ, ਦੇਣਾ ਇਸਨੇ ਸਾਰਿਆਂ ਦਾ, ਲੈਣਾ ਕਿਸੇ ਕੋਲ ਨਹੀਂ। ਇਸ ਨੂੰ ਗਿਆਨ ਇੰਜ ਕਹਿੰਦਾ ਇਸ ਦੀ ਆਰਥਿਕ ਮੌਤ ਹੋ ਗਈ ਹੈ। ਇਸ ਤਰ੍ਹਾਂ ਮੰਨਦੇ ਨੇ ਮੌਤ ਹੋ ਗਈ ਹੈ ਅਰਥ ਦੀ ਦੁਨੀਆ ਦੇ ਵਿੱਚ, ਧਨ ਦੀ ਦੁਨੀਆ ਦੇ ਵਿੱਚ, ਕਾਰੋਬਾਰ ਦੀ ਦੁਨੀਆ 'ਚ। ਦਿਵਾਲਾ ਹੋ ਗਿਆ, ਮੌਤ ਹੋ ਗਈ, ਆਰਥਿਕ ਮੌਤ। ਅਰਥ ਦੀ ਦੁਨੀਆ ਦੇ 'ਚ ਹੁਣ ਇਸ ਦਾ ਵਿਸ਼ਵਾਸ ਨਹੀਂ, ਕਿਉਂ? ਹੈ ਹੀ ਨਹੀਂ, ਖਤਮ ਹੋ ਗਿਆ। ਆਰਥਿਕ ਮੌਤ, ਸਮਾਜਿਕ ਮੌਤ, ਕੋਈ ਕਲੰਕ ਲੱਗ ਗਿਆ, ਦਾਗ ਲੱਗ ਗਿਆ। ਹੁਣ ਬਿਰਾਦਰੀ ਦੇ ਵਿੱਚ, ਸਮਾਜ ਦੇ ਵਿੱਚ ਸਿਰ ਉੱਚਾ ਕਰਨਾ ਔਖਾ ਹੈ। ਤੇ ਜਿਵੇਂ ਮੁਰਦੇ ਦਾ ਸਿਰ ਡਿੱਗਦਾ ਹੈ, ਇਹਦਾ ਸਿਰ ਡਿੱਗਦਾ ਹੈ, ਇਹ ਸਿਰ ਨੇ ਉੱਚਾ ਕਰ ਸਕਦਾ। ਤੋ ਇਹਨੂੰ ਕਹਿੰਦੇ ਨੇ ਸਮਾਜਿਕ ਮੌਤ, ਪਰਿਵਾਰਕ ਮੌਤ। ਰਾਜਨੈਤਿਕ ਮੌਤ, ਪਬਲਿਕ ਤੋਂ ਜੋ ਸਮਰਥਨ ਮਿਲ ਰਿਹਾ ਸੀ, ਜਨਤਾ ਤੋਂ ਜੋ ਸਮਰਥਨ ਮਿਲ ਰਿਹਾ ਸੀ, ਵਾਪਸ ਲੈ ਲਿਆ, ਕੋਈ ਨਾਲ ਨਹੀਂ। ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਨਾਲ ਨਹੀਂ। ਤੋ ਕਹਿ ਦਿੱਤਾ ਜਾਂਦਾ ਹੈ ਇਸ ਮਨੁੱਖ ਦੀ ਰਾਜਨੈਤਿਕ ਮੌਤ ਹੋ ਗਈ ਹੈ। ਹੁਣ ਇਸ ਦੀ ਗੱਲ ਕੋਈ ਨਹੀਂ ਸੁਣਦਾ। ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਰਾਜਨੈਤਿਕ ਘੁੰਮ ਰਹੇ ਨੇ ਜਿਨ੍ਹਾਂ ਦੀ ਰਾਜਨੈਤਿਕ ਦੁਨੀਆ 'ਚ ਮੌਤ ਹੋ ਚੁੱਕੀ ਹੈ। ਕਿਸੇ ਵਕਤ ਜ਼ਿੰਦਾ ਸਨ, ਟੀਵੀ ਤੇ, ਰੇਡੀਓ ਤੇ, ਅਖਬਾਰਾਂ ਤੇ, ਮਨੁੱਖ ਦੀ ਵਿਚਾਰਾਂ ਦੇ 'ਚ, ਮਨੁੱਖ ਦੀ ਜ਼ਬਾਨ ਤੇ ਇਹੀ ਛਾਏ ਹੋਏ ਸਨ। ਇਹਨਾਂ ਦੀ ਚਰਚਾ ਸੀ, ਇਹਨਾਂ ਨੂੰ ਹੀ ਲੋਕ ਪੜ੍ਹਦੇ ਸਨ, ਇਹਨਾਂ ਨੂੰ ਹੀ ਲੋਕ ਸੁਣਦੇ ਸਨ, ਇਹਨਾਂ ਨੂੰ ਹੀ ਥਾਂ ਥਾਂ ਤੇ ਦੇਖਦੇ ਸਨ। ਅੱਜ ਨਹੀਂ। ਕਿਉਂ? ਰਾਜਨੈਤਿਕ ਮੌਤ ਹੋ ਗਈ। ਜੋ ਸਮਰਥਨ ਮਿਲ ਰਿਹਾ ਸੀ ਅਗਲਿਆਂ ਨੇ ਵਾਪਸ ਲੈ ਲਿਆ। ਰਾਜਨੈਤਿਕ ਮੌਤ। ਸਰੀਰਕ ਮੌਤ, ਜੋ ਸਵਾਸ ਤੇ ਚਲੇ, ਗਰਾਸ, ਗਰਾਸ ਕਹਿੰਦੇ ਨੇ ਜੋ ਅੰਦਰ ਜਾਵੇ, ਸਵਾਸ ਜੋ ਬਾਹਰ ਨਿਕਲੇ। ਬਾਹਰ ਤੇ ਨਿਕਲ ਗਏ ਸਵਾਸ, ਅੰਦਰ ਗਰਾਸ ਨਹੀਂ ਗਏ, ਖਤਮ ਹੋ ਗਿਆ। ਇਹਨੂੰ ਸਰੀਰਕ ਮੌਤ ਕਹਿੰਦੇ ਨੇ। ਜੋ ਪ੍ਰਾਣ ਸਨ, ਜੋ ਸਵਾਸ ਸਨ, ਉਹ ਚਲੇ ਤੇ ਗਏ, ਵਾਪਸ ਨਹੀਂ ਆਏ। ਵਾਪਸ ਆਣਾ ਚਾਹੀਦਾ। ਸਵਾਸ ਬਾਹਰ ਗਿਆ, ਗਰਾਸ ਅੰਦਰ ਗਿਆ। ਇਹ ਲੜੀ ਚੱਲਣੀ ਚਾਹੀਦੀ ਹੈ। ਪਰ ਅੰਤਿਮ ਸਮੇਂ ਸਵਾਸ ਨਿਕਲਦੇ ਨੇ, ਗਰਾਸ ਨਹੀਂ ਚੱਲਦੇ। ਤੋ ਕਹਿ ਦਿੰਦੇ ਨੇ ਸਰੀਰਕ ਮੌਤ ਹੋ ਗਈ ਹੈ। ਮਾਨਸਿਕ ਮੌਤ, ਕਿਸੇ ਇੱਕੋ ਹੀ ਵਿਚਾਰ ਤੇ ਦਿਮਾਗ ਰੁਕ ਗਿਆ ਜਾਂ ਕੋਈ ਵਿਚਾਰ ਨਹੀਂ। ਤੋ ਸਰੀਰ ਤੇ ਜ਼ਿੰਦਾ ਹੈ, ਅੱਖਾਂ ਵੀ ਠੀਕ, ਹੱਥ ਪੈਰ ਵੀ ਠੀਕ ਨੇ, ਜ਼ਬਾਨ ਵੀ ਠੀਕ, ਕੰਨ ਵੀ ਠੀਕ, ਲੇਕਿਨ ਮਾਨਸਿਕ ਮੌਤ ਹੋ ਗਈ ਹੈ। ਪਾਗਲ, ਸੁੰਨ, ਮੁਰਦਾ ਹੈ। ਇਹ ਮਨ ਦੇ ਤਲ ਤੇ ਮੁਰਦਾ ਹੈ। ਕਿਉਂਕਿ ਵਿਚਾਰਾਂ ਦਾ ਜੋ ਪ੍ਰਵਾਹ ਸੀ ਉਹ ਰੁਕ ਗਿਆ।
जैसे श्वास का प्रवाह ग्रास का प्रभाव रुक जाए तो शरीरक मौत, विचारां का प्रवाह रुक जाए तो मानसिक मौत। एक होर मौत है जिस नाल सब कुछ ही समझ लो मुर्दा मनुख दा। रूहानी मौत, अध्यात्मक मौत, धार्मिक मौत। परमात्मा की याद चले तो जीवन है, ना चले तो मौत। आखां जीवा बिसरे मर जाऊं। मरणं बिसरणं गोबिंदे, जीवणं हर नाम ध्यावणे। गुरु अर्जन देव जी। मौत है उसनों भुल जाना, जिंदगी है उन्हों याद करना। केड़ी जिंदगी? रूहानी। हो सकता है बंदे कोल आर्थिक जीवन होवे ते रूहानी जीवन ना होवे। हो सकता है रूहानी जीवन होवे पर इस कोल परिवारक जीवन नहीं। बथेरियां कोल नहीं सी, महावीर कोल नहीं सी। भरतरी ने परिवारक जीवन नूं एक पासे सुट दिता। महात्मा बुद्ध कोल भी नहीं सी। राजनैतिक जीवन भी नहीं सी क्योंकि राजनीति नूं ठोकर मार दी। आर्थिक जीवन भी नहीं सी क्योंकि दर दर भिक्षा मंग के अपनी उपजीविका चलन दे सन। लेकिन रूहानी जीवन सी। अगर रूहानी जीवन है तो गुरबाणी भी मनदी है ये मुकम्मल जी रहा है। सो जीविया जिस मन वसिया सोए, नानक अवर न जीवे कोए। जे जीवे पत लथी जाए, सब हराम जेता किच खाए। ईश्वरी याद नहीं चल रही, इदा खाना पीना पहनना सोना सब हराम। कुछ भी हलाल नहीं है, सब हराम। सब हराम जेता किच खाए। जितने पदार्थ, जितने सुख, जितना दुनियावी अडंबर सब हराम, हलाल नहीं है। हलाल ते हराम नो अगर इस दृष्टिकोण नाल देखोगे तो गुस्ताखी माफ किधरे किधरे कोई हलाल दिखाई देगा। सब हराम, गुस्ताखी माफ। मैं पंक्तियां फिर थोड़े सामने रख दिया। सो जीविया जिस मन वसिया सोए, नानक अवर न जीवे खोए। जे जीवे पत लथी जाए, सब हराम जेता किछ खाए। सब हराम है। जो कुछ भी हंडा रहे है, खा रहे है, पी रहे है, जो कुछ भी वरतों वलेवा कर रहे है, सब हराम। अगर मन विच उसकी सिमरती चल रही है तो फिर सब हलाल है, फिर सब जायज है, सब ठीक है। अगर उसकी सिमरती नहीं चल रही थी, उसकी समझ नहीं चल रही तो जो कुछ भी है सब हराम है। भाई साहब भाई नंद लाल का एक वाक चेते आ रहा है। आप कहते ने गम चे बाशद। गम किसनू कहोगे? दुख की है। किसनू आखोगे? दुख। तो इत्थे एक प्रश्न पैदा होता है, क्या मनुख नू इतना भी नहीं पता जो भाई साहब प्रश्न पे करते हैं? ठीक कर रहे ने प्रश्न भाई साहब भाई नंद लाल। मनुख नू नहीं पता। यकीन जानो मनुख नू दुख का भी ज्ञान नहीं, मनुख नू सुख का भी ज्ञान नहीं। ये गल वखरी है, कदी दुखी हो जाता है, कदी सुखी हो जाता है, पर दुख सुख का इसनू ज्ञान नहीं है। दुख सुख की इसनू समझ नहीं है, इसनू पता नहीं है। तदी भाई साहब कहते ने गम चे बाशद। दुख की है, गम की है, चीज तो शादी खुशी की है। शादी दे अर्थ ने खुशी। ईरानी भाषा का शब्द है। किसी का दिल बड़ा खुश होवे तो कह दिता जाता है ई दिल शाद अस्त। ये दिल बड़ा शाद है, खुश है, प्रसन्न है। ई खाना शादी अस। इस घर दे बड़ी खुशी है। शादी दे अर्थ विवाह नहीं है, खुशी। विवाह लई उन्हां कोल शब्द है, फलाने दे घर निकाह हो रहे है। शादी खुशी। चीज तो शादी खुशी की है। तो भाई साहब आप ही जवाब देंदे ने गम चे बाशद गफलत अज यादे खुदा।
बस परमात्मा की याद तो गफलत करनी, यही गम है और कोई गम नहीं, यही दुख है। ये बीज है दुखां दा, हुण सारे दुख पैदा होणगे। अगर ईश्वर नूं भुले हैं, ये भुल जाना ही दुखां दा बीज है। सारे दुख पैदा होणगे किन्ने? परमेश्वर ते भुलिया व्यापन सभे रोग। सारे ही पैदा होणगे, एक नहीं, सारे ही पैदा होणगे। परमेश्वर ते भुलिया व्यापन सभे रोग। चीस्त शादी याद आबा मुंतहा। खुशी की है उस ला इंतहा परमात्मा नूं याद करना। गम की है उसनूं भुल जाना। तो एक रूहानी मौत है जो सब कुछ नूं मौत दे च बदल देंदी है। सो जीविया जिस मन वसिया सोए, नानक अवर न जीवे कोय। कहंदे ने जितने चिर तक ये रूहानी जीवन मनुख नूं ना मिले, जीवन भर और अनंत जीवन, बार बार जीवन मिलता रहेगा, लेकिन जीवेगा मौत दे भय दे च। कदी जीवन नूं जी नहीं सकेगा। एक दिल दिमाग दे उत्ते बोझ रहेगा मौत दा, किधरे आर्थिक मौत ना हो जाए, किधरे समाजिक मौत ना हो जाए, किधरे राजनैतिक मौत ना हो जाए, किधरे मानसिक मौत ना हो जाए, किधरे शारीरिक मौत ना हो जाए। मौत ना हो जाए, बस यही गम, यही दुख, यही बोझ दिल दिमाग ते रहेगा। सिर्फ शारीरिक मौत नहीं, काश मौत एक तरह की होंदी। मौत तो कई तरह की है और मनुख डरे होया है कई तरह की मौत तो, और उतने चिर तक ये डर रहेगा जिन्ने चिर तक रूहानी जिंदगी नहीं मिलती। रूहानी जीवन की उसकी याद ते रूहानी मौत की उन्होंने भुल जाना। आखां जीवा बिसरे मर जाऊं, मरणंग बिसरंग गोबिंदे, जीवनंग हर नाम ध्यावणे। तो खैर मुख्तसर वो ऐसा करता है, अपनी कृत दे च पूरे होया है। भय तो रहत है, वैर तो रहत है। हुण अगे सतगुरु कहंदे ने समय तो रहत है, काल तो रहत है। काल दा मतलब है समा, अकाल जिहदे च समा नहीं। थोड़ी जी बस मैं इसकी व्याख्या आप जी दे सामने रखण लगा। भगत कबीर कहंदे ने दिन सुरैण वेद नहीं शास्त्र, तहां बसे निरंकारा। कहत कबीर नर तिसे दयावो, बावरिया संसारा। दिन रात जिहदे च नहीं है, समय नूं नापण दा ढंग साडे कोल दिन ते रात है, और किस तरह नापांगे? अगर दिन ठहर जाए, रात आवे ही ना, किवें नापांगे? अगर रात ठहर जाए, दिन होवे ही ना, फिर समय नूं किस तरह नापांगे? कबीर कहंदे ने प्रभु दी दुनिया दे समा नहीं है, दिन ते रात नहीं है। कलगीधर पिता इंज कहंदे ने अकाल है अजाल है। परमात्मा अकाल है, समय तो रहत है, ते समय दा वकत दा जाल उस दे उत्ते नहीं है। अकाल है अजाल है। जाल की है जिस दे च मनुख फसिया होया है। जाल काल दा ही है, समय दा है, वकत दा है। धन गुरु अमरदास जी महाराज भी इस तरह ही जो है फरमान करते हैं। गुरबाणी दे काल दा मतलब समा, वकत, और हर मनुख वकत दे फसिया होया है। हर मनुख कोल वकत समा वो कुछ करा लेंदा है जो कुछ इसनूं नहीं करना चाहिए। हर मनुख समय की गिरफ्त दे च है। अकाल दा चिंतन इस वास्ते है कि काल दे जाल तो निकलिए। काल जाल जम जोहो न साके, सच का पंथा थाट्यो।
पंक्तियां मैं थोड़े सामने रखी जाना। काल जाल जम जो हो न साके, सच का पंथा थाटियो। पंथ कहते ने रस्ते ਨੂੰ। ਅਸੀਂ ਐਸੇ ਸੱਚ ਦੇ ਪੰਥ ਤੇ ਚੱਲੇ ਆਂ, ਸੱਚ ਦੇ ਰਸਤੇ ਤੇ ਚੱਲੇ ਆਂ। ਹੁਣ ਕਾਲ ਦਾ ਜਾਲ ਸਾਨੂੰ ਵੇਖ ਵੀ ਨਹੀਂ ਸਕਦਾ। ਕਾਲ ਜਾਲ ਜੋਹਣਾ ਕਹਿੰਦੇ ਨੇ ਵੇਖਣ ਨੂੰ, ਨਹੀਂ ਵੇਖ ਸਕਦਾ। ਅਸੀਂ ਕਾਲ ਦੇ ਜਾਲ ਦੇ ਚ ਨਹੀਂ ਆ। ਵਕਤ ਸਾਡੇ ਕੋਲ ਕੁਛ ਨਹੀਂ ਕਰਾ ਸਕਦਾ। ਉਂਝ ਹਰ ਮਨੁੱਖ ਵਕਤ ਦੀ ਕੈਦ ਦੇ ਚ ਹੈ, ਸਮੇਂ ਦੀ ਕੈਦ ਦੇ ਚ ਹੈ। ਜੋ ਕੁਛ ਮਨੁੱਖ ਨੂੰ ਹੋਣਾ ਚਾਹੀਦਾ ਸੀ, ਸਮੇਂ ਨੇ ਹੋਣ ਨਹੀਂ ਦਿੱਤਾ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਖੋਲ ਕੇ ਇੰਜ ਕਹਿੰਦੇ ਨੇ, ਜਾਲੀ ਰੈਣ ਜਾਲ ਦਿਨ ਹੋਵਾ, ਜੇਤੀ ਘੜੀ ਭਾਈ ਤੇਤੀ। दिन भी जाल है, रात भी जाल है। कोई इस वास्ते दिन जो है नितनेम नहीं कर सकिया, नाम नहीं जप सकिया, दिन दियां मजबूरियां। कोई इस वास्ते नाम नहीं जप सकिया, बंदगी नहीं कर सकिया, रात दा गलबा। तो रात भी जाल बन गई, दिन भी जाल बन गया। तो महाराज कहते ने, छूटस मूड़े कवन गुणी। ऐ मूड़ तू बचेगा किवें, निकलेगा किवें? फसे होया है तू, दिन दे च फसे होया। सारा दिन तैनू रब नाल नहीं जुड़न दा मौका मिलदा, सारी रात तैनू जुड़न नहीं देंदी। गुरु नानक दे बोल, जाली रैण जाल दिन हुआ, जेती घड़ी फाई तेती। दिन रात दी हर घड़ियां फाइयां बणियां, मनुख फसदा ही जा रहा है। रस रस चोग चुगे ने तपासे, छूटस मूड़े कवन गुनी। फिर सतगुरु इत्थे मूड़ कहंदे ने, ऐ मूड़ किवें बचेगा, किवें छुटेगा? ऐसा तेरे ते दिन गलबा पांदा है, और ऐसा तू फसदा है दिन दे च, समय दे च, काल दे च। मजाल है तैनू अकाल चेते आवे। और ऐसा रात गलबा पांदी अपने ढंग दा, मजाल है तैनू अकाल चेते आवे। तू काल दे जाल दे च है, काल जाल। इस वास्ते धन गुरु गोबिंद सिंह जी महाराज कहते ने, हे परमात्मा अकाल है अजाल है। तू अकाल है, इस वास्ते अजाल है। तेरे उत्ते काल दा जाल नहीं है, समय दा जाल नहीं है। तू समय दे च फसिया होया नहीं है। हुण जिस मनुख दी वासना बहुत लंबी होवे, इच्छावां बहुत ने, तो हुण अज दे ते पूरियां होण नहीं लगियां। कामना बड़ी लंबी, वासना बड़ी लंबी। तो इस तरह का मनुख हर वक्त भविष्य दे च जीवेगा, आने वाले कल दे च, वो अज दे च नहीं। तो नाम ते अज जपना है, कीर्तन ते हुण तू सुनन आया है, गुरुद्वारे ते तू हुण आया है, सेवा ते तू हुण कर रहे हैं, बाणी तो हुण पढ़ रहे हैं, वाहिगुरु वाहिगुरु ते हुण तो जप रहे हैं। लेकिन वासना इतनी प्रबल है, कामनावां इतनियां ज्यादा ने, अज पूरियां नहीं होण लगियां। तो कामना आने वाले कल दे च मनुख नूं लै जांदी है, मनुख अज दे च नहीं आउंदा, आने वाले कल दे च जीवदा है। भविष्य दी चिंता। जे कदी कदी भविष्य की चिंता ना होवे, यादां पिछे लै जांदियां, कामना अगे लै जांदी है, यादां पिछे लै जांदियां। फिर मनुख माजी दे चला जांदा है, भूतकाल दे चला जांदा है। अगर कोई आखे ना मेरा मन नहीं टिकदा, तो किथे गया? या तो गुजरे हुए कल दे चला गया, या आने वाले कल दे होर किथे गया? मनुख समय दे प्रभाव हेठ जी रहा है। आने वाले कल दा इतना गलबा, अज दी फिक्र नहीं। गुजरे हुए कल दा इतना असर, इतना दबाव, अज दा कोई ख्याल नहीं। ते बंदे कोल जद भी होंदा है, अज ही होंदा है। ना आने वाला कल हथ दे च है, ना गुजरिया होया कल हथ च, किसी दे भी नहीं है। कभी बगौर मुताला करना।
ਨੰਦ ਲਾਲ ਨੇ ਤੇ ਇਸ ਨੂੰ ਹੋਰ ਬਾਰੀਕੀ ਨਾਲ ਬਿਆਨ ਕੀਤਾ ਹੈ, ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਯਕਦਮ ਬਖੇਸ਼ ਰਾ ਨਾ ਬੁਰਦਮ ਕੇ ਕੀਸਤਮ, ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਜਸਤ। ਭਾਈ ਸਾਹਿਬ ਭਾਈ ਨੰਦ ਲਾਲ, ਜਿਹੜਾ ਦਮ ਮੇਰੇ ਮੂੰਹ ਦੇ ਚ ਹੈ ਇਹ ਵਰਤਮਾਨ ਹੈ, ਹੁਣ ਮੇਰੇ ਕੋਲ ਹੈ, ਪਰ ਜਿਹੜਾ ਦਮ ਨਿਕਲ ਗਿਆ ਚਲਾ ਗਿਆ ਉਹ ਤੇ ਮਾਜ਼ੀ, ਉਹ ਤੇ ਭੂਤਕਾਲ, ਤੇ ਜਿਹੜਾ ਦਮ ਆਇਆ ਨਹੀਂ ਉਹ ਤੇ ਭਵਿਸ਼, ਉਹ ਤੇ ਆਏਗਾ ਅਜੇ। ਭਾਈ ਸਾਹਿਬ ਕਹਿੰਦੇ ਨੇ ਮੈਂ ਆਉਣ ਵਾਲੇ ਦਮ ਦੇ ਚ ਜੀ ਰਿਹਾ, ਮੈਂ ਗੁਜ਼ਰੇ ਹੋਏ ਦਮ ਦੇ ਚ ਜੀ ਰਿਹਾ, ਜਿਹੜਾ ਦਮ ਮੇਰੇ ਮੂੰਹ ਦੇ ਚ ਮੈਂ ਇਸ ਦੇ ਚ ਨਹੀਂ ਜੀ ਰਿਹਾ। ਬੜੀ ਗਹਿਰੀ ਗੱਲ। ਤੇ ਜ਼ਿੰਦਗੀ ਉਹੀ ਹੈ ਜਿਹੜਾ ਮੂੰਹ ਦੇ ਚ ਦਮ ਹੈ। ਯਕਦਮ ਬਖੇਸ਼ ਰਾ ਨਾ ਬੁਰਦਮ ਕਿ ਕੀਸਤਮ, ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਜਸਤ। ਇੱਕ ਨਕਦ ਜ਼ਿੰਦਗੀ ਸੀ ਮੇਰੇ ਕੋਲ, ਉਧਾਰੀ ਨਹੀਂ, ਨਕਦ। ਕਿ ਮੂੰਹ ਦੇ ਚ ਜੋ ਦਮ ਸੀ ਮੇਰੇ ਕੋਲ ਸੀ, ਜੋ ਚਲਾ ਗਿਆ ਉਹ ਹੱਥ ਦੇ ਚ ਨਹੀਂ, ਜੋ ਆਉਣ ਵਾਲਾ ਹੈ ਉਹ ਵੀ ਹੱਥ ਦੇ ਚ ਨਹੀਂ, ਉਹ ਨਕਦੀ ਨਹੀਂ ਹੈ। ਇੱਕ ਆਉਣ ਵਾਲੀ, ਇੱਕ ਚਲੀ ਗਈ, ਇੱਕ ਦਮ ਤੇ ਚਲਾ ਗਿਆ, ਖਰਚ ਹੋ ਗਿਆ। ਇੱਕ ਦਮ ਆਉਣ ਵਾਲਾ ਹੈ ਪਰ ਅਜੇ ਆਇਆ ਨਹੀਂ, ਪਰ ਇੱਕ ਦਮ ਮੇਰੇ ਮੂੰਹ ਦੇ ਚ ਹੈ, ਇਹ ਨਕਦ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਨਕਦੀ ਕਿਸ ਤਰ੍ਹਾਂ ਖਰਚ ਕੀਤੀ? ਜੋ ਮੇਰੇ ਮੂੰਹ ਦੇ ਚ ਦਮ ਸੀ ਮੈਂ ਇਸ ਦਮ ਨੂੰ ਗੁਜ਼ਾਰਿਆ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ, ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਚ। ਬੜੀ ਬਾਰੀਕ ਗੱਲ ਕਰ ਗਏ ਨੇ। ਮੈਂ ਇਸ ਦਮ ਨੂੰ ਜੇ ਮੇਰੇ ਮੂੰਹ ਦੇ ਚ ਸੀ ਮੈਂ ਗੁਜ਼ਾਰਿਆ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਚ, ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ। ਤੋ ਕਦੀ ਮੈਂ ਚਿੰਤਾ ਦੇ ਚ ਭਵਿਸ਼ ਦੀ, ਕਦੀ ਮੈਂ ਯਾਦਾਂ ਦੇ ਚ ਅਤੀਤ ਦੀ, ਭੂਤਕਾਲ ਦੀ। ਮੈਂ ਤੇ ਅੱਜ ਦੇ ਚ ਕਦੀ ਜੀਵਿਆ ਹੀ ਨਹੀਂ, ਤੇ ਅੱਜ ਹੀ ਨਕਦ ਸੀ, ਬਾਕੀ ਤੇ ਸਭ ਉਧਾਰ, ਬਾਕੀ ਦਾ ਕੋਈ ਪਤਾ ਨਹੀਂ। ਇੱਕ ਹੱਥੋਂ ਚਲਾ ਗਿਆ, ਇੱਕ ਹੱਥ ਦੇ ਚ ਆਇਆ ਨਹੀਂ। ਮਨੁੱਖ ਜੀ ਰਿਹਾ ਹੈ ਕਿਸ ਦੇ ਚ? ਜੋ ਹੱਥੋਂ ਚਲਾ ਗਿਆ। ਮਨੁੱਖ ਜੀ ਰਿਹਾ ਹੈ ਕਿਸ ਦੇ? ਜੋ ਹੱਥ ਦੇ ਚ ਆਇਆ ਨਹੀਂ। ਪਰ ਜੋ ਹੱਥ ਦੇ ਚ ਹੈ ਉਸ ਦੇ ਚ ਨਹੀਂ ਜੀ ਰਿਹਾ, ਕੋਈ ਵੀ ਨਹੀਂ ਜੀ ਰਿਹਾ। ਕਦੀ ਕਦਾਈ ਕੋਈ ਲੱਖਾਂ ਚ ਇੱਕ ਦੋ ਮਨੁੱਖ ਅੱਜ ਦੇ ਚ ਜੀਵਦੇ ਨੇ, ਇਸੇ ਦਮ ਦੇ ਚ ਜੀਂਦੇ ਨੇ ਜੋ ਦਮ ਮੂੰਹ ਦੇ ਚ ਹੈ। ਦਮ ਦਮ ਕਰਕੇ ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਭਾਈ ਨੰਦ ਲਾਲ ਕਹਿੰਦੇ ਨੇ। ਕਿਉਂ? ਮੇਰੇ ਸਾਰੇ ਦਮ ਕੁਰਬਾਨ ਹੋ ਗਏ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਚ, ਆਉਣ ਵਾਲੇ ਦਮਾਂ ਦੀ ਚਿੰਤਾ ਦੇ ਚ। ਇਸ ਤਰ੍ਹਾਂ ਹੀ ਜ਼ਿੰਦਗੀ ਬਰਬਾਦ ਚਲੀ ਗਈ ਮੇਰੀ, ਅਜਾਈ ਚਲੀ ਗਈ। ਜਨਮ ਸਾਖੀ ਦੇ ਚ ਇੱਕ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਪੁੱਛਦੇ ਨੇ, ਮਰਦਾਨਿਆ ਤੈਨੂੰ ਆਪਣੀ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ? ਤੇ ਮਰਦਾਨਾ ਕਹਿੰਦਾ, ਮਹਾਰਾਜ ਇੰਨਾ ਹੀ ਭਰੋਸਾ ਹੈ ਕਿ 100 ਕਦਮ ਚੱਲੀਏ ਤੇ ਪਤਾ ਨਹੀਂ ਅਗਲਾ ਕਦਮ ਪੁੱਟ ਸਕਾਂਗੇ ਕਿ ਨਹੀਂ, ਬਸ ਇੰਨਾ ਹੀ ਭਰੋਸਾ ਹੈ। ਸਤਿਗੁਰ ਕਹਿੰਦੇ ਨੇ, ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ, ਤੂੰ ਦੱਸ। ਤੇ ਪਤਾ ਹੈ ਬਾਲਾ ਕੀ ਕਹਿੰਦਾ ਹੈ? ਮਹਾਰਾਜ ਇਸ ਮਰਦਾਨੇ ਨੂੰ 100 ਕਦਮਾਂ ਦਾ ਭਰੋਸਾ ਹੋਵੇਗਾ, ਆਪਾਂ ਤੇ ਇੱਕੋ ਹੀ ਕਦਮ ਦਾ ਭਰੋਸਾ ਰੱਖਦੇ ਹਾਂ। ਇੱਕ ਕਦਮ ਜਿਹੜਾ ਪੁੱਟਿਆ ਪਤਾ ਨਹੀਂ ਦੂਸਰਾ ਪੁੱਟ ਸਕਾਂਗੇ ਕਿ ਨਹੀਂ, ਦੂਸਰਾ ਚੱਲ ਸਕਾਂਗੇ ਕਿ ਨਹੀਂ। ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਤੁਹਾਨੂੰ ਕਿੰਨਾ ਕੁ ਭਰੋਸਾ ਹੈ, ਤੁਹਾਨੂੰ ਕਿੰਨਾ ਕੁ ਭਰੋਸਾ ਹੈ। ਜਨਮ ਸਾਖੀ ਦੀ ਕਥਾ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਰਦਾਨਿਆ ਤੈਨੂੰ 100 ਕਦਮਾਂ ਦਾ ਭਰੋਸਾ, ਬਾਲਿਆ ਤੈਨੂੰ ਇੱਕ ਕਦਮ ਦਾ ਭਰੋਸਾ। ਤੇ ਆਪਾਂ ਤੇ ਇਸ ਤਰ੍ਹਾਂ ਜੀ ਰਹੇ ਹਾਂ ਜਿਹੜਾ ਦਮ ਮੂੰਹ ਦੇ ਚ ਹੈ, ਪਤਾ ਨਹੀਂ ਹੋਰ ਆਉਣਾ ਵੀ ਹੈ ਕਿ ਨਹੀਂ, ਬਸ ਇਸੇ ਤੇ ਹੀ ਭਰੋਸਾ।
ਅਸੀਂ ਤੇ ਇਸ ਦੇ 'ਚ ਜੀਵਦੇ ਹਾਂ। ਹਮ ਆਦਮੀ ਆ ਇੱਕਦਮੇ ਮੋਹਲਤ ਮੌਤ ਨਾ ਜਾਣਾ। ਉਹ ਇੱਕਦਮ ਜੋ ਮੂੰਹ ਦੇ 'ਚ ਹੈ, ਬਸ ਇਸੇ ਤੇ ਭਰੋਸਾ ਕਰ ਸਕਦੇ ਹਾਂ, ਬਾਕੀ ਤੇ ਨਹੀਂ। ਆਉਣਾ ਵੀ ਹੈ ਕਿ ਨਹੀਂ, ਤੇ ਜਿਹੜੇ ਦਮ ਚਲੇ ਗਏ ਉਹ ਤੇ ਚਲੇ ਗਏ, ਤੇ ਆਉਣ ਵਾਲੇ ਨੇ ਆਣਾ ਵੀ ਹੈ ਕਿ ਨਹੀਂ। ਮਰਦਾਨੇ ਅਸੀਂ ਤੇ ਇੰਨਾ ਹੀ ਭਰੋਸਾ ਕਰ ਸਕਦੇ ਹਾਂ ਜਿਹੜਾ ਦਮ ਮੂੰਹ ਦੇ 'ਚ ਹੈ, ਬਸ ਇੰਨਾ ਹੀ, ਇਸ ਤੋਂ ਜ਼ਿਆਦਾ ਨਹੀਂ। ਤੇ ਇਸ ਦਾ ਮਤਲਬ ਹੈ ਨਕਦ ਜ਼ਿੰਦਗੀ ਹੈ, ਅੱਜ ਦੇ ਜੀ ਰਹੇ ਨੇ, ਉਸ ਦਮ ਦੇ 'ਚ ਜੀ ਰਹੇ ਨੇ ਜਿਹੜਾ ਦਮ ਮਨੁੱਖ ਦੇ ਮੂੰਹ ਦੇ 'ਚ ਹੈ। ਆਮ ਲੋਕੀ ਇਸ ਤਰ੍ਹਾਂ ਨਹੀਂ ਜੀਵਦੇ। ਦਮ ਮੂੰਹ ਦੇ 'ਚ ਹੈ, ਤੇ ਦਮ ਕਿਸ ਤਰ੍ਹਾਂ ਲੰਘ ਗਿਆ, ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ 'ਚ ਦਮ ਲੰਘ ਗਏ, ਆਉਣ ਵਾਲੇ ਦਮਾਂ ਦੀ ਚਿੰਤਾ ਦੇ 'ਚ ਦਮ ਲੰਘ ਗਏ, ਮਨੁੱਖ ਜੀ ਨਹੀਂ ਸਕਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ। ਵਾਸਤਵਿਕ ਜੋ ਭਗਤ ਮਨੁੱਖ ਹੈ ਵਰਤਮਾਨ ਦੇ 'ਚ, ਅੱਜ ਦੇ 'ਚ ਜੀਵਦਾ ਹੈ, ਕਿਉਂਕਿ ਅੱਜ ਨਕਦ ਹੈ, ਅੱਜ ਕੋਲ ਹੈ। ਆਉਣ ਵਾਲਾ ਕੱਲ ਹੱਥ ਦੇ 'ਚ ਨਹੀਂ, ਗੁਜ਼ਰਿਆ ਹੋਇਆ ਕੱਲ ਹੱਥ ਦੇ 'ਚ ਨਹੀਂ। ਤੋ ਅਕਸਰ ਮਨ ਚਲਾ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਦੇ 'ਚ, ਮਨ ਚਲਾ ਜਾਂਦਾ ਹੈ ਭਵਿਸ਼ ਦੀ ਚਿੰਤਾ ਦੇ 'ਚ, ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ 'ਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ 'ਚ। ਜਾਂ ਮਨੁੱਖ ਅਤੀਤ ਦੀ ਯਾਦ ਦੇ 'ਚ ਬੈਠਾ ਹੈ, ਜਾਂ ਮਨੁੱਖ ਭਵਿਸ਼ ਦੀ ਚਿੰਤਾ ਦੇ 'ਚ ਬੈਠਾ ਹੈ। ਚਾਹੇ ਕਥਾ ਹੋ ਰਹੀ ਹੈ, ਚਾਹੇ ਕੀਰਤਨ ਹੋ ਰਿਹਾ ਹੈ, ਚਾਹੇ ਬਾਜ਼ਾਰ ਦੇ 'ਚ ਬੈਠਾ ਹੈ ਜਾਂ ਪਰਿਵਾਰ ਦੇ 'ਚ ਬੈਠਾ ਹੈ, ਮਨੁੱਖ ਜਿੱਥੇ ਬੈਠਾ ਹੈ ਜਾਂ ਗੁਜ਼ਰੇ ਹੋਏ ਕੱਲ ਦੇ 'ਚ ਬੈਠਾ ਹੈ ਜਾਂ ਆਉਣ ਵਾਲੇ ਕੱਲ ਦੇ 'ਚ, ਅੱਜ ਦੇ 'ਚ ਨਹੀਂ ਹੈ। ਐਸਾ ਨਹੀਂ ਹੈ ਕਿ ਜਦ ਬਾਜ਼ਾਰ ਦੇ 'ਚ ਬੈਠਾ ਹੈ ਤੇ ਗੁਜ਼ਰੇ ਹੋਏ ਕੱਲ ਨਾਲ ਆਉਣ ਵਾਲੇ ਕੱਲ ਨਾਲ ਜੁੜਿਆ ਹੋਇਆ ਹੈ। ਇਹ ਗੁਰਦੁਆਰੇ ਵੀ, ਮੰਦਰ ਮਸਜਿਦ ਦੇ 'ਚ ਵੀ ਇਸੇ ਕਰਕੇ ਤੇ ਸਮਾਧੀ ਨਹੀਂ ਲੱਗਦੀ, ਇਸੇ ਕਰਕੇ ਤੇ ਰਸ ਨਹੀਂ। ਕੀਰਤਨ ਹੋ ਰਿਹਾ ਹੁੰਦਾ ਹੈ, ਮਨ ਗੁਜ਼ਰੇ ਹੋਏ ਕੱਲ ਦੇ 'ਚ, ਆਉਣ ਵਾਲੇ ਕੱਲ ਦੇ 'ਚ, ਉਹ ਤੇ ਅੱਜ ਇੱਥੇ ਹੈ ਹੀ ਨਹੀਂ। ਤੋ ਰਸ ਕੌਣ ਮਾਣੇ? ਅਗਰ ਅੱਜ ਦੇ 'ਚ ਮਨ ਜੀਵੇ ਤਾਂ ਮਨ ਮਿਟ ਜਾਂਦਾ ਹੈ। ਮਨ ਦੇ ਮਿਟਦਿਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਵਾਸ਼ਨਾ ਤੇ ਮਿਟ ਗਈ, ਵਾਸ਼ਨਾ ਮਿਟ ਗਈ ਤਾਂ ਭਵਿਸ਼ ਮਿਟ ਗਿਆ। ਇਤਨੀ ਲੰਬੀ ਵਾਸ਼ਨਾਵਾਂ ਨੇ ਮਨੁੱਖ ਦੇ ਕੋਲ, ਅੱਜ ਨਹੀਂ ਪੂਰੀਆਂ ਹੋ ਸਕਦੀਆਂ। ਤੋ ਜੀਵਦਾ ਹੈ ਭਵਿਸ਼ ਦੀ ਚਿੰਤਾ ਦੇ 'ਚ, ਪਤਾ ਨਹੀਂ ਕੱਲ ਪੂਰੀ ਹੋਵੇਗੀ ਕਿ ਨਹੀਂ, ਸਿਰੇ ਚੜੇਗੀ ਕਿ ਨਹੀਂ। ਔਰ ਅੱਜ ਇਤਨਾ ਦੁਖਦਾਈ ਬਤੀਤ ਹੋ ਰਿਹਾ ਹੈ ਕਿ ਕਈ ਦਫਾ ਮਨੁੱਖ ਅਤੀਤ ਦੀਆਂ ਯਾਦਾਂ, ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਦੇ 'ਚ ਜੀਵਦੇ। ਅਕਸਰ ਬੁੱਢੇ ਬਚਪਨ ਨੂੰ ਯਾਦ ਕਰਦੇ ਨੇ, ਗੁਸਤਾਖੀ ਮਾਫ। ਪਤਾ ਨਹੀਂ ਕਿਤਨੇ ਬਜ਼ੁਰਗਾਂ ਕੋਲ ਬੈਠ ਕੇ ਮੈਂ ਬਚਪਨ ਦੀਆਂ ਹੀ ਗੱਲਾਂ ਸੁਣੀਆਂ ਨੇ ਉਹਨਾਂ ਕੋਲ। 10 ਬੁੱਢੇ ਜਿੱਥੇ ਬੈਠੇ ਹੋਣ, ਯਕੀਨ ਜਾਣੋ ਬਚਪਨ ਦੀਆਂ ਗੱਲਾਂ ਕਰਨਗੇ। ਤੋ ਇਸ ਦਾ ਮਤਲਬ ਹੈ ਜਵਾਨੀ ਗਲਤ ਬਤੀਤ ਕੀਤੀ ਹੈ, ਬੁਢੇਪਾ ਗਲਤ ਹੈ, ਤਾਂ ਹੀ ਤੇ ਬਚਪਨਾ ਯਾਦ ਆ ਰਿਹਾ, ਵਰਨਾ ਨਹੀਂ ਯਾਦ ਆਉਣਾ ਚਾਹੀਦਾ ਸੀ। ਵਰਨਾ ਬਜ਼ੁਰਗੀ ਬੜੀ ਮਹਾਨ ਉਮਰ ਹੈ, ਜ਼ਿੰਦਗੀ ਭਰ ਦੀਆਂ ਗਲਤੀਆਂ ਬਹੁਤ ਕੁਝ ਸਿਖਾ ਸਕਦੀਆਂ ਨੇ ਮਨੁੱਖ ਨੂੰ। लगता है गलतियां तो भी नहीं सीखिया, नहीं सीखिया, और मैं देखे ऐसा नहीं सीखिया मनुख। यही कारण है कि 90% बुढ़े बचपन ਨੂੰ याद ਕਰਨ ਲੱਗ ਪੈਂਦੇ ਨੇ ਵੀ ਬਚਪਨਾ ਮਹਾਨ ਸੀ, ਬੜਾ ਮਹਾਨ ਸੀ, ਬੇਫਿਕਰੀ ਸੀ, ਕੋਈ ਜ਼ਿੰਮੇਵਾਰੀ ਨਹੀਂ ਸੀ, ਹਰ ਤਰ੍ਹਾਂ ਦੀ ਜ਼ਿੰਮੇਵਾਰੀ ਮਾਂ-ਬਾਪ ਨੇ ਚੁੱਕੀ ਹੋਈ ਸੀ, ਜ਼ਿੰਮੇਵਾਰੀ ਨਹੀਂ ਸੀ, ਕੋਈ ਚਿੰਤਾ ਹੀ ਨਹੀਂ ਸੀ, ਬੇਫਿਕਰੀ ਸੀ, ਖੇਡਾਂ ਹੀ ਸਨ, ਨਾ ਧਾਰਮਿਕ ਜ਼ਿੰਮੇਵਾਰੀ, ਨਾ ਸਮਾਜਿਕ ਜ਼ਿੰਮੇਵਾਰੀ, ਨਾ ਆਰਥਿਕ ਜ਼ਿੰਮੇਵਾਰੀ, ਨਾ ਰਾਜਨੀਤਿਕ ਜ਼ਿੰਮੇਵਾਰੀ, ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਬੱਚੇ ਨੂੰ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਨਾਬਾਲਗ ਨਾ, ਤਾਂ ਰਾਜਨੀਤਿਕ ਜ਼ਿੰਮੇਵਾਰੀ ਤੋਂ ਵੀ ਬੇਲਾਗ ਹੋ ਗਿਆ, ਕਿਸੇ ਤਰ੍ਹਾਂ ਦਾ ਬੋਝ ਹੀ ਨਹੀਂ, ਖੇਡ ਸਕਦਾ ਹੈ, ਹੱਸ ਸਕਦਾ ਹੈ, ਕਿਲਕਾਰੀਆਂ ਭਰ ਸਕਦਾ ਹੈ। तो बचपना अक्सर बुढ़ियां ਨੂੰ याद आउंदा है, बगौर मुताला करके देखना।
कुछ एक थोड़े जिहा 90% ਨੂੰ ਤੇ ਬਚਪਨਾ ਯਾਦ ਆਉਂਦਾ ਹੈ, 5-6% ਐਸੇ ਵੀ ਨੇ ਜਵਾਨੀ ਨੂੰ ਯਾਦ ਕਰਦੇ ਨੇ। ਅਸੀਂ ਜਵਾਨੀ 'ਚ ਇੰਜ ਕਰਦੇ ਹੁੰਦੇ ਸੀ। ਇਸ ਦਾ ਮਤਲਬ ਹੈ ਬੁਢੇਪਾ ਗਲਤ ਹੈ, ਤਾਂ ਹੀ ਜਵਾਨੀ ਯਾਦ ਆ ਰਹੀ ਹੈ, ਬਚਪਨਾ ਯਾਦ ਆ ਰਿਹਾ ਹੈ, ਵਰਨਾ ਬਜ਼ੁਰਗੀ ਤੇ ਮਹਾਨ ਹੈ, ਬੁਢੇਪਾ ਤੇ ਮਹਾਨ ਹੈ। ਬਚਪਨ ਦੀਆਂ ਗਲਤੀਆਂ ਤੇ ਜਵਾਨੀ ਦੀ ਗਲਤੀਆਂ ਤੋਂ ਮਨੁੱਖ ਬਹੁਤ ਕੁਝ ਸਿੱਖ ਸਕਦਾ ਹੈ, ਤੇ ਜੋ ਗਲਤੀਆਂ ਤੋਂ ਵੀ ਨਹੀਂ ਸਿੱਖ ਸਕਦਾ ਉਹ ਕਿਸੇ ਕੋਲ ਨਹੀਂ ਸਿੱਖ ਸਕਦਾ। ਪਤਾ ਹੈ ਮਹਾਂਪੁਰਸ਼ ਕੀ ਕਿਹਾ ਕਰਦੇ ਨੇ? ਮਨੂ ਨੇ ਇੱਕ ਗੱਲ ਬੜੀ ਗਜ਼ਬ ਦੀ ਕਹੀ ਹੈ। ਉਹ ਕਹਿੰਦਾ ਜੋ ਆਪਣੀ ਹੀ ਆਤਮਾ ਤੋਂ, ਆਪਣੀ ਜ਼ਮੀਰ ਤੋਂ ਸਿੱਖਿਆ ਲੈ ਲਵੇ, ਇਹਦੇ ਪੂਰਬਲੇ ਸੰਸਕਾਰ ਕੋਈ ਬੜੇ ਪ੍ਰਬਲ ਨੇ ਔਰ ਇਹ ਜਨਮ ਤੋਂ ਹੀ ਸੰਤ ਹੈ। ਆਪਣੀ ਜ਼ਮੀਰ ਤੋਂ ਪ੍ਰੇਰਨਾ ਲੈ ਲੈਂਦਾ ਹੈ, ਆਪਣੀ ਆਤਮਾ ਤੋਂ ਪ੍ਰੇਰਨਾ ਲੈ ਲੈਂਦਾ ਹੈ। ਤੇ ਜੋ ਗੁਰੂ ਪੀਰ ਪੈਗੰਬਰਾਂ ਤੋਂ ਸਹੀ ਰਸਤੇ ਦੀ ਪ੍ਰੇਰਨਾ ਲਵੇ, ਇਹ ਮਨੁੱਖ ਹੈ। ਇਹ ਇੱਕ ਸਿਆਣਾ ਮਨੁੱਖ ਹੈ। ਜੋ ਗਲਤੀਆਂ ਤੋਂ ਪ੍ਰੇਰਨਾ ਲੈ ਲਵੇ, ਇਹ ਮੂੜ ਹੈ, ਲੇਕਿਨ ਫਿਰ ਵੀ ਮਨੁੱਖ ਹੈ। ਪਰ ਜੋ ਗਲਤੀਆਂ ਤੋਂ ਵੀ ਪ੍ਰੇਰਨਾ ਨਾ ਲਵੇ, ਪਸ਼ੂ ਹੈ। ਇਹ ਤੇ ਮਨੁੱਖਤਾ ਤੋਂ ਵੀ ਥੱਲੇ ਹੈ। ਜੀਵਨ ਭਰ ਗਲਤੀਆਂ ਕੀਤੀਆਂ, ਗਲਤੀਆਂ ਤੋਂ ਵੀ ਨਹੀਂ ਸਿੱਖਿਆ। ਜ਼ਿੰਦਗੀ ਭਰ ਭੁੱਲਾਂ ਕੀਤੀਆਂ, ਭੁੱਲਾਂ ਤੋਂ ਵੀ ਨਹੀਂ ਸਿੱਖਿਆ। ਔਰ ਵਾਕਈ ਅਗਰ ਬੁੱਢੇ ਨੂੰ ਬਚਪਨਾ ਯਾਦ ਆ ਰਿਹਾ ਹੈ ਤਾਂ ਨਹੀਂ ਸਿੱਖਿਆ। ਅਗਰ ਇਸ ਬੁੱਢੇ ਨੂੰ ਜਵਾਨੀ ਪ੍ਰਭਾਵਿਤ ਕਰ ਰਹੀ ਹੈ ਤਾਂ ਕੁਝ ਵੀ ਨਹੀਂ ਸਿੱਖਿਆ। ਜ਼ਿੰਦਗੀ ਅਜਾਈ ਗਵਾਈ ਹੈ ਇਸਨੇ, ਜੀਵਨ ਵਿਅਰਥ ਕੀਤਾ। ਇਸੇ ਨੂੰ ਕਹਿ ਦਿੰਦੇ ਨੇ ਸ਼ਾਇਦ ਧੁੱਪ ਦੇ ਚ ਕੇਸ ਚਿੱਟੇ ਕੀਤੇ ਨੇ ਇਸਨੇ, ਕੁਝ ਵੀ ਨਹੀਂ ਹੈ। ਇਹ ਗਲਤੀਆਂ ਤੋਂ ਵੀ ਨਹੀਂ ਸਿੱਖਿਆ। तो खैर मुख्तसर जो है मैं अर्ज करा, नकद जिंदगी है जो मूंह दे श्वास है, और जो मूंह दे श्वास है उसदे जी रहा उते समाधि लीन है, उते हर वक्त आनंद विच है। और इस तरह दे मनुख दी जिंदगी च काल नहीं आउंदा, समा नहीं आउंदा। कबीर कहंदे ने मेरी दुनिया च समा नहीं है, वक्त नहीं है। ਕਹਿੰਦੇ ਨੇ ਰਾਵਣ ਨੇ ਕਾਲ ਨੂੰ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ। ਰਾਮਾਇਣ ਦੀ ਕਥਾ, ਰਾਵਣ ਨੇ ਕਾਲ ਨੂੰ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖਿਆ। ਬਚਪਨ ਦੇ ਜਦ ਅਸੀਂ ਕਹਾਣੀਆਂ ਇਹ ਸੁਣਦੇ ਸੀ ਜਾਂ ਕਦੀ ਰਾਮਲੀਲਾ ਵੇਖਦੇ ਸੀ, ਮੌਤ ਨੂੰ ਬਈ ਪਾਵੇ ਨਾਲ ਬੰਨ ਕੇ ਰੱਖਿਆ, ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ। ਲੇਕਿਨ ਗੱਲ ਇਹ ਨਹੀਂ, ਇਸ ਗੱਲ ਨੂੰ ਖੋਲਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਚੌਬੋਲੇ ਮਹੱਲਾ ਪੰਜਵਾਂ, ਇਹ ਐਸੀ ਬਾਣੀ ਹੈ ਜਿਹਦੇ ਉੱਤੇ ਸਤਿਗੁਰੂ ਨੇ ਰਾਗ ਨਹੀਂ ਦਰਜ ਕੀਤਾ। ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਰਾਗਾਂ ਦੇ ਚ ਨਹੀਂ ਹੈ। ਜਪਜੀ ਸਾਹਿਬ ਤੇ ਰਾਗ ਨਹੀਂ ਹੈ। संस्कृति श्लोक रागां तो बिना ने, गाथा फुने छंद चौबोले, गाथा ये सारियां बाणियां रागां तो बिना ने। फिर कबीर फरीद दे श्लोक, भट्टां दे सवैये, फिर श्लोक 12 तो वधिक, पहले पातशाह दे श्लोक, तीजे चौथे पंजवें नावें दे श्लोक रागां तो बिना ने। एक चौथाई बाणी दा रागां तो बिना होना कुछ कारण ते है। दरअसल ये बाणियां विचारण वालियां ने, ते जिन्हां जिन्हां दे ते राग दर्ज है, कीर्तन करना, गायन करना, कीर्तन करके उस नाल जुड़ना है, विचार करके उसनूं समझना है। जिन्हों समझना है उस नाल जुड़ना है, जिस नाल जुड़ना है उन्होंने समझना है। बस इन्नी गल है। चौबोले महला पंजवा, सम्मन जो इस प्रेम की दम के होती साठ, रावण होते सो रंक नह जिन सिर दीने काट। रावण कोई भिखारी नहीं सी, इतना गहरा तपीश्वर कि उन्हें सीस अपना कट के शिव जी दे अगों रखे। 10 सिरां वाला कहते ने
मैं अर्ज करा इस तरह ना समझ लेना कि ਉਹਦੇ कोई 10 सिर सन। सोचनी इतनी महान सी, विचार इतने प्रबल सन, यादां इतनियां प्रबल सन कि जो 10 सिर सोच सकते ने, वो कल्ला सोचदा सी। और इसका सबूत मिलता है कि चारें वेद उसनू जबानी कंठ सन, वो जबानी पाठ करदा सी, सामने रख के पाठ नहीं करदा सी। मैं देखे है सारी जिंदगी कई कीर्तनी है शब्द गायन करते ने, मेरे ख्याल सैकड़े दफा गायन किया होएगा, अजे भी लिख के अगों रख देन, चेते नहीं, याद नहीं है। सारी जिंदगी पाठ किया है पर अजे भी गुटके की लोड़ है। न जपजी कंठ है, न जाप साहब कंठ है, न सवैये कंठ ने, न आनंद साहब कंठ है, न चौपाई कंठ है, अजे भी गुटके की लोड़ है। तो सारी जिंदगी करदा की रहे, पढ़दा तो सारी जिंदगी रहे। इसका मतलब चेता हाफजा तेरा इतना कमजोर कि रोज पढ़ के भी तेनों एक पंक्ति चेते नहीं हो सकी। और हैरानगी आउंदी है उदों मैनू कि एक शब्द नूं हजारां दफा गाया होवेगा, 30-40 साल तो गा रहे ने, पर अजे भी लिखे हुए दी लोड़ है वाजे ते। चारें वेद जबानी कंठ ने रावण जबानी पाठ करता है। तो इथों गल स्पष्ट हो गई कि मन बड़ा एकाग्र होवेगा, याद शक्ति बड़ी तिखी हो जाती है अगर मन दे टिकाओ होवे। ते मन चंचल चल 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 ही रहा है तो खिमा करनी खिन खिन दे बोलेगा, कुछ भी चेते नहीं, बुलक्कड़ होवेगा, बिल्कुल भुल जाएगा। भुलावड़े भुल्ली भुल भुल पछोताणी, चेते शक्ति, विचार शक्ति, सोच शक्ति रावण दी बड़ी प्रबल, उपासना इसकी बड़ी महान। और जो इतनी उपासना करे तो उसदे कोल आनंद ते होवेगा, रस ते होवेगा, तो आनंद दे समा खो जाता है। कई दफा कोई संगीतकार ऐसी संगीत की धुन अलापदा है, लोकी कहते ने इसने ते समय नूं बन के रख दिता, भाव समा खो गया। कदी कोई कवि अपनी रचना इस ढंग नाल पेश करता है और उस दे इतनी गहराई आउंदी है, श्रोते कह देंदे ने इस कवि ने ते समय नूं बन के रख दिता, वक्त रहा ही नहीं, समा रहा ही नहीं। कदी कदाई पाठ करदियां ऐसा मन जुड़े समा खो गया, कुछ नहीं चेता रहा। घंटा इंज बतीत होया जिवें 1 मिनट।